ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ। ਅੱਜ ਦੀ ਇਸ ਵੀਡੀਓ ਦੇ ਰਾਹੀਂ ਅਸੀਂ ਖੇਤੀ ਦੀ ਪਰਿਭਾਸ਼ਾ ਦੀ ਗੱਲ ਕਰਾਂਗੇ ਅਤੇ ਇਹ ਵੀ ਗੱਲ ਕਰਾਂਗੇ ਕਿ ਕੁਦਰਤੀ ਖੇਤੀ ਕਿਹਨੂੰ ਕਹਿੰਦੇ ਆ। ਦੋਸਤੋ, ਧਰਤੀ ਦੇ ਜ਼ਮੀਨ ਦੇ ਕਿਸੇ ਟੁਕੜੇ ਉੱਪਰ ਬਾਰਿਸ਼ ਦੇ ਪਾਣੀ ਦੇ ਨਾਲ ਜਦੋਂ ਕੋਈ ਵਨਸਪਤੀ ਉਗਦੀ ਹੈ ਤੇ ਉਹ ਪੈਦਾਵਾਰ ਦਿੰਦੀ ਹੈ ਤਾਂ ਇਸ ਜ਼ਮੀਨ ਦੇ ਟੁਕੜੇ ਨੂੰ ਅਸੀਂ ਜੰਗਲ ਕਹਿੰਦੇ ਹਾਂ। ਕਿਸੇ ਟੁਕੜੇ ਦੇ ਉੱਪਰ ਮਨੁੱਖ ਜਦੋਂ ਪੈਦਾਵਾਰ ਲੈਣ ਦੇ ਲਈ ਕਿਸੇ ਤਰ੍ਹਾਂ ਦੀ ਵਨਸਪਤੀ ਨੂੰ ਉਗਾਉਂਦਾ ਹੈ ਤਾਂ ਇਸ ਜਗ੍ਹਾ ਨੂੰ ਅਸੀਂ ਖੇਤ ਕਹਿੰਦੇ ਹਾਂ। ਤੇ ਇਸ ਖੇਤ ਦੇ ਵਿੱਚ ਉਸ ਪੈਦਾਵਾਰ ਲੈਣ ਲਈ ਜਿਹੜੀ ਐਕਟੀਵਿਟੀ ਅਸੀਂ ਕਰਦੇ ਹਾਂ, ਜਿਹੜੀ ਸਰਗਰਮੀ ਅਸੀਂ ਕਰਦੇ ਹਾਂ, ਉਹਨੂੰ ਖੇਤੀ ਕਹਿੰਦੇ ਆ। ਸੋ ਜੰਗਲ ਤੇ ਖੇਤ ਇਹ ਦੋਨਾਂ ਜਗ੍ਹਾ ਤੋਂ ਹੀ ਪੈਦਾਵਾਰ ਲਈ ਜਾਂਦੀ ਹੈ, ਲੇਕਿਨ ਬੇਸਿਕ ਫਰਕ ਕੀ ਹੈਗਾ ਕਿ ਇੱਥੇ ਇਹ ਪੈਦਾਵਾਰ ਆਪਣੇ ਆਪ ਹੁੰਦੀ ਹੈ, ਇੱਥੇ ਇਹ ਵਨਸਪਤੀ ਆਪਣੇ ਆਪ ਉਗਦੀ ਹੈ, ਲੇਕਿਨ ਖੇਤ ਦੇ ਵਿੱਚ ਇਹ ਪੈਦਾਵਾਰ ਮਨੁੱਖ ਆਪਣੀ ਇੱਛਾ ਦੇ ਨਾਲ ਲੈਂਦਾ ਹੈਗਾ ਤੇ ਵਨਸਪਤੀ ਨੂੰ ਉਗਾਉਂਦਾ ਹੈ, ਵਨਸਪਤੀ ਦਾ ਡਿਜ਼ਾਈਨ ਕਰਦਾ ਹੈ ਤੇ ਵਨਸਪਤੀ ਨੂੰ ਉਗਾਉਂਦਾ ਹੈ। ਸੋ ਖੇਤੀ ਕਦੇ ਵੀ ਕੁਦਰਤੀ ਵਰਤਾਰਾ ਨਹੀਂ ਹੋ ਸਕਦਾ। ਜਦੋਂ ਅਸੀਂ ਹੁਣ ਖੇਤੀ ਦੀ ਗੱਲ ਕਰੀਏ ਤਾਂ ਖੇਤ ਦੇ ਵਿੱਚ ਪੈਦਾਵਾਰ ਲੈਣ ਦੇ ਲਈ ਜਿਹੜੀਆਂ ਅਸੀਂ ਅਲੱਗ-ਅਲੱਗ ਵਿਧੀਆਂ ਅਪਣਾਉਂਦੇ ਹਾਂ, ਅਲੱਗ-ਅਲੱਗ ਢੰਗ ਅਪਣਾਉਂਦੇ ਹਾਂ, ਅਲੱਗ-ਅਲੱਗ ਤਰੀਕੇ ਅਪਣਾਉਂਦੇ ਹਾਂ, ਉਹਨਾਂ ਨੂੰ ਅਲੱਗ-ਅਲੱਗ ਪੱਧਤੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਕਈ ਤੁਸੀਂ ਸ਼ਬਦ ਸੁਣਦੇ ਹੋਵੋਗੇ, ਕੁਦਰਤੀ ਖੇਤੀ, ਜੈਵਿਕ ਖੇਤੀ, ਜ਼ਹਿਰ ਮੁਕਤ ਖੇਤੀ, ਬਾਇਓਡਾਇਨਾਮਿਕ, ਪਰਮਾਕਲਚਰ। ਇਹ ਅਲੱਗ-ਅਲੱਗ ਵਿਧੀਆਂ ਨੇ ਖੇਤੀ ਕਰਨ ਦੀਆਂ, ਖੇਤੀ ਦੇ ਤਰੀਕੇ ਨੇ, ਖੇਤੀ ਦੇ ਢੰਗ ਨੇ। ਅੱਜ ਆਪਾਂ ਇਹਦੇ ਬਾਰੇ ਵੀ ਗੱਲ ਕਰਦੇ ਹੈਗੇ ਆ। ਪੈਦਾਵਾਰ ਲੈਣ ਦੇ ਲਈ ਸਾਨੂੰ ਇੱਕ ਪੌਦੇ ਤੋਂ ਪੈਦਾਵਾਰ ਲੈਣ ਦੇ ਲਈ ਉਸ ਪੌਦੇ ਨੂੰ 3 ਤਰੀਕਿਆਂ ਤੋਂ ਖੁਰਾਕ ਚਾਹੀਦੀ ਹੈ। ਇੱਕ ਤਾਂ ਉਹ ਖੁਰਾਕ ਮਿਲਦੀ ਹੈ ਉਹਨੂੰ ਧੁੱਪ ਤੋਂ, ਦੂਸਰੀ ਉਹਨੂੰ ਖੁਰਾਕ ਮਿਲਦੀ ਹੈਗੀ ਹੈ ਹਵਾ ਤੋਂ, ਤੀਸਰੀ ਉਹਨੂੰ ਖੁਰਾਕ ਮਿਲਦੀ ਹੈਗੀ ਹੈ ਮਿੱਟੀ ਤੇ ਪਾਣੀ ਤੋਂ। ਜਿਹੜੀਆਂ ਅਲੱਗ-ਅਲੱਗ ਪੱਧਤੀਆਂ ਨੇ, ਉਹ ਸਾਰੀਆਂ ਪੱਧਤੀਆਂ ਦੇ ਵਿੱਚ ਜਿਹੜੇ ਪਹਿਲੇ 2 ਪੁਆਇੰਟ ਹੈਗੇ ਆ, ਖੁਰਾਕ ਦੇ ਜਿਹੜੇ ਸਰੋਤ ਹੈਗੇ ਆ, ਉਹ ਤਕਰੀਬਨ ਕਾਮਨ ਹੈ ਸਾਰਿਆਂ ਦੇ ਵਿੱਚ, ਸਾਰੀਆਂ ਪੱਧਤੀਆਂ ਦੇ ਵਿੱਚ। ਸੂਰਜ ਤੋਂ ਰੋਸ਼ਨੀ ਲੈਣੀ ਹੈ, ਸੂਰਜ ਤੋਂ ਖੁਰਾਕ ਲੈਣੀ ਹੈ, ਜਿਹੜੀ ਉਹਨੇ ਖੁਰਾਕ ਲੈਣੀ ਹੈ ਹਵਾ ਤੋਂ ਲੈਣੀ ਹੈ। ਇਹ ਦੋਨੋਂ ਤਕਰੀਬਨ ਸੇਮ ਨੇ, ਲੇਕਿਨ ਜਿਹੜਾ ਫ਼ਰਕ ਹੈਗਾ ਉਹ ਸਾਰਾ ਫ਼ਰਕ ਮੁੱਢਲੇ ਤੌਰ ਦੇ ਉੱਪਰ ਇਹ ਤੀਸਰੇ ਜਿਹੜਾ ਖੁਰਾਕ ਦਾ ਸਰੋਤ ਹੈਗਾ ਇਹਦੇ ਵਿੱਚ ਹੈਗਾ। ਅਲੱਗ-ਅਲੱਗ ਪੱਧਤੀਆਂ ਹੈਗੀਆਂ, ਅਸੀਂ ਉਹਨਾਂ ਸਾਰੀਆਂ ਦੀ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਮੈਂ ਸਿਰਫ 2 ਪੱਧਤੀਆਂ ਦੀ ਗੱਲ ਕਰੂੰਗਾ, ਰਸਾਇਣਿਕ ਖੇਤੀ ਤੇ ਕੁਦਰਤੀ ਖੇਤੀ ਦੀ। ਜਦੋਂ ਰਸਾਇਣਿਕ ਖੇਤੀ ਦੀ ਗੱਲ ਕਰਦੇ ਹੈਗੇ ਆ ਤਾਂ ਇਸ ਪੱਧਤੀ ਦੇ ਵਿੱਚ ਵੀ ਪੌਦੇ ਨੇ ਆਪਣੀ ਖੁਰਾਕ ਸੂਰਜ ਤੋਂ ਲੈਣੀ ਹੈਗੀ ਹੈ, ਉਹਨੇ ਆਪਣੀ ਖੁਰਾਕ ਹਵਾ ਤੋਂ ਲੈਣੀ ਹੈਗੀ ਹੈ, ਤੇ ਜਿਹੜੀ ਉਹਨੇ ਖੁਰਾਕ ਮਿੱਟੀ ਤੇ ਪਾਣੀ ਤੋਂ ਲੈਣੀ ਹੈ, ਇਹ ਖੁਰਾਕ ਅਸੀਂ ਪੌਦੇ ਨੂੰ ਬਾਹਰ ਤੋਂ ਦਿੰਦੇ ਹਾਂ, ਕੈਮੀਕਲਸ ਦੇ ਰੂਪ ਦੇ ਵਿੱਚ ਦਿੰਦੇ ਹਾਂ, ਸਿੰਥੈਟਿਕ ਕੈਮੀਕਲਸ ਦੇ ਰੂਪ ਦੇ ਵਿੱਚ, ਯੂਰੀਆ, DAP, ਜ਼ਿੰਕ, ਪੋਟਾਸ਼ ਦੇ ਰੂਪ ਦੇ ਵਿੱਚ ਦਿੰਦੇ ਹਾਂ। ਤਾਂ ਇੱਥੇ ਪੌਦਾ ਆਪਣੀ ਖੁਰਾਕ ਆਪ ਨਹੀਂ ਬਣਾਉਂਦਾ, ਉਹਨੂੰ ਬਾਹਰ ਤੋਂ ਖੁਰਾਕ ਦਿੱਤੀ ਜਾਂਦੀ ਹੈ। ਇਹ ਰਸਾਇਣਿਕ ਖੇਤੀ ਹੈ ਜਿਹੜੀ ਸਾਡੇ ਚੱਲ ਰਹੀ ਹੈਗੀ ਹੈ। ਜੇ ਅਸੀਂ ਹੁਣ ਕੁਦਰਤੀ ਖੇਤੀ ਦੀ ਗੱਲ ਕਰੀਏ, ਜਦੋਂ ਕੁਦਰਤੀ ਖੇਤੀ ਦੀ ਗੱਲ ਕਰਦੇ ਹਾਂ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਖੇਤੀ ਕਦੇ ਵੀ ਕੁਦਰਤੀ ਵਰਤਾਰਾ ਨਹੀਂ ਹੋ ਸਕਦਾ। ਸੋ ਖੇਤੀ ਫਿਰ ਕੁਦਰਤੀ ਕਿਵੇਂ ਹੋਈ? ਜਦੋਂ ਅਸੀਂ ਕੁਦਰਤੀ ਖੇਤੀ ਦੀ ਗੱਲ ਕਰਦੇ ਹਾਂ ਤਾਂ ਕੁਦਰਤੀ ਖੇਤੀ ਦੇ ਵਿੱਚ ਅਸੀਂ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਕੁਦਰਤ ਦੇ ਨਿਯਮ ਕਿਹੜੇ ਆ? ਉਹ ਅਸੀਂ ਇੱਕ ਜੰਗਲ ਨੂੰ ਦੇਖਦੇ ਹਾਂ। ਇੱਕ ਜੰਗਲ ਦੇ ਵਿੱਚ ਪੌਦਾ ਆਪਣੀ ਖੁਰਾਕ ਆਪ ਬਣਾਉਂਦਾ ਹੈ, ਤਾਂ ਉਹਨੂੰ ਬਾਹਰ ਤੋਂ ਖੁਰਾਕ ਨਹੀਂ ਦਿੱਤੀ ਜਾਂਦੀ ਕਿਸੇ ਵੀ ਰੂਪ ਦੇ ਵਿੱਚ। ਇਸੇ ਹੀ ਤਰ੍ਹਾਂ ਕੁਦਰਤੀ ਖੇਤੀ ਦੇ ਵਿੱਚ ਪੌਦੇ ਨੂੰ ਬਾਹਰ ਤੋਂ ਖੁਰਾਕ ਨਹੀਂ ਦਿੱਤੀ ਜਾਂਦੀ। ਹੁਣ ਇਹ ਖੁਰਾਕ ਪੌਦਾ ਕਿਵੇਂ ਬਣਾਉਂਦਾ ਹੈਗਾ, ਇਹਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਜੰਗਲ ਦੇ ਵਿੱਚ ਕੀ ਹੁੰਦਾ ਹੈ ਕਿ ਜੰਗਲ ਦੇ ਵਿੱਚ 2 ਤਰ੍ਹਾਂ ਦੀ ਵਨਸਪਤੀ ਹੈਗੀ ਹੈ। ਇੱਕ ਉਹ ਵਨਸਪਤੀ ਹੈਗੀ ਹੈ ਜਿਹੜੀ ਹਰ ਸਾਲ ਉਗਦੀ ਹੈ ਤੇ ਹਰ ਸਾਲ ਖਤਮ ਹੋ ਜਾਂਦੀ ਹੈ, ਜਿਹਨੂੰ ਵਿਗਿਆਨਿਕ ਭਾਸ਼ਾ ਦੇ ਵਿੱਚ ਐਨੂਅਲਸ ਬੋਲਿਆ ਜਾਂਦਾ ਹੈ। ਇੱਕ ਉਹ ਵਨਸਪਤੀ ਹੈਗੀ ਹੈ ਜਿਹੜੀ ਇੱਕ ਵਾਰ ਉਗਦੀ ਹੈ ਤੇ ਲੰਬਾ ਸਮਾਂ ਚੱਲਦੀ ਹੈ, ਜਿਹਨੂੰ ਪੈਰੀਨੀਅਲਸ ਬੋਲਿਆ ਜਾਂਦਾ ਹੈ। 2 ਤਰ੍ਹਾਂ ਦੀ ਵਨਸਪਤੀ ਹੋ ਗਈ। 3 ਤਰ੍ਹਾਂ ਦਾ ਉੱਥੇ ਜੀਵ ਜਗਤ ਹੈ। ਇੱਕ ਉਹ ਜੀਵ ਜਗਤ ਹੈਗਾ ਜਿਹੜਾ ਧਰਤੀ ਦੇ ਵਿੱਚ ਰਹਿੰਦਾ ਹੈ, ਜਿਹਨੂੰ ਮਾਈਕਰੋਬਸ ਕਿਹਾ ਜਾਂਦਾ ਹੈ, ਸੂਖਮ ਜੀਵ ਕਿਹਾ ਜਾਂਦਾ ਹੈ। ਮੋਸਟਲੀ ਜਿਹਨੂੰ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ, ਉਹਦੇ ਵਿੱਚ ਸੱਪ ਵੀ ਆ ਜਾਂਦੇ ਆ, ਚੂਹੇ ਵੀ ਆ ਜਾਂਦੇ ਆ, ਗਡੋਏ ਵੀ ਆ ਜਾਂਦੇ ਹੈਗੇ ਆ।
ਸੈਕਿੰਡ ਜਿਹੜਾ ਦੂਸਰਾ ਜੀਵ ਜਗਤ ਹੈਗਾ ਹੈ, ਉਹ ਜਿਹੜਾ ਇਸ ਧਰਤੀ ਦੇ ਉੱਪਰ ਰਹਿੰਦਾ ਹੈਗਾ ਹੈ। ਉਹਦੇ ਵਿੱਚ ਪਸ਼ੂ ਧਨ ਆ ਗਿਆ, ਉਹਦੇ ਵਿੱਚ ਕੁੱਤੇ, ਬਿੱਲੀਆਂ, ਮੱਝਾਂ, ਗਾਵਾਂ, ਸਭ ਕੁਝ ਜੋ ਉੱਤੇ ਰਹਿਣ ਵਾਲੇ, ਧਰਤੀ ਦੇ ਉੱਪਰ ਤੁਰਨ ਵਾਲੇ ਜੀਵ ਹੈ। ਤੀਸਰਾ ਜੀਵ ਜਗਤ ਜਿਹੜਾ ਹੈਗਾ ਉਹ ਜਿਹੜਾ ਇਸ ਤੋਂ ਉੱਪਰ ਰਹਿੰਦਾ ਹੈਗਾ, ਆਕਾਸ਼ ਦੇ ਵਿੱਚ ਰਹਿੰਦਾ ਹੈਗਾ, ਰੁੱਖਾਂ ਦੇ ਉੱਪਰ ਰਹਿੰਦਾ ਹੈਗਾ, ਜਿਨ੍ਹਾਂ ਪੰਛੀ ਜਗਤ ਆ ਗਿਆ। ਸੋ ਇਹ 3 ਤਰ੍ਹਾਂ ਦਾ ਜੀਵ ਜਗਤ ਹੈ ਜੰਗਲ ਦੇ ਵਿੱਚ, ਤੇ 2 ਤਰ੍ਹਾਂ ਦੀ ਵਨਸਪਤੀ ਹੈਗੀ ਹੈ। ਹੁਣ ਅਸੀਂ ਇਹਦਾ ਸੰਬੰਧ ਜਾਣਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਜਿਹੜਾ ਇਹ ਤਿੰਨੋਂ ਤਰ੍ਹਾਂ ਦਾ ਜੀਵ ਜਗਤ ਹੈਗਾ, ਇਹਦੀ ਜਿਹੜੀ ਖੁਰਾਕ ਹੈਗੀ ਹੈ, ਇਹ ਦੋਨੋਂ ਤਰ੍ਹਾਂ ਦੀ ਵਨਸਪਤੀ ਹੈਗੀ ਹੈ। ਚਾਹੇ ਤਾਂ ਡਾਇਰੈਕਟਲੀ ਹੈਗੀ ਹੈ, ਚਾਹੇ ਇਨਡਾਇਰੈਕਟਲੀ ਹੈਗੀ ਹੈ। ਚਾਹੇ ਤਾਂ ਮਨੁੱਖ ਖੇਤ ਦੇ ਵਿੱਚੋਂ ਮੂਲੀ ਪੱਟ ਕੇ ਖਾ ਲੈਂਦਾ ਹੈਗਾ, ਇਹ ਤਾਂ ਵੀ ਉਹਦੀ ਖੁਰਾਕ ਵਨਸਪਤੀ ਹੋਈ। ਚਾਹੇ ਤਾਂ ਇੱਕ ਬਿੱਲੀ ਚੂਹੇ ਨੂੰ ਖਾਂਦੀ ਹੈ ਅਤੇ ਚੂਹਾ ਘਾਹ ਫੂਸ ਨੂੰ ਖਾਂਦਾ ਹੈ, ਤਾਂ ਵੀ ਇਹ ਖੁਰਾਕ ਵਨਸਪਤੀ ਹੋਈ। ਸੋ ਇਹ ਤਿੰਨੋਂ ਤਰ੍ਹਾਂ ਦਾ ਜਿਹੜਾ ਜੀਵ ਜਗਤ ਹੈਗਾ, ਇਹਦੀ ਖੁਰਾਕ ਇਹ ਦੋਨੋਂ ਤਰ੍ਹਾਂ ਦੀ ਵਨਸਪਤੀ ਹੈ। ਅਤੇ ਕੁਦਰਤ ਨੇ ਬੜਾ ਕਮਾਲ ਦਾ ਉੱਥੇ ਪਰਸਪਰ ਰਿਲੇਸ਼ਨ ਬਣਾਇਆ ਹੋਇਆ ਹੈ ਜੰਗਲ ਦੇ ਵਿੱਚ ਵਨਸਪਤੀ ਦਾ ਅਤੇ ਜੀਵ ਜਗਤ ਦਾ। ਇਹ ਜਿਹੜਾ ਤਿੰਨੋਂ ਤਰ੍ਹਾਂ ਦਾ ਜਿਹੜਾ ਜੀਵ ਜਗਤ ਹੈਗਾ, ਇਹਨਾਂ ਦਾ ਜਿਹੜਾ ਮਲ ਮੂਤਰ ਹੈ, ਉਹ ਇਹ ਦੋਨੋਂ ਤਰ੍ਹਾਂ ਦੀ ਵਨਸਪਤੀ ਦੀ ਖੁਰਾਕ ਹੈ। ਚਾਹੇ ਤਾਂ ਉਹ ਬੱਕਰੀ ਦੀਆਂ ਮੀਂਗਣਾਂ ਨੇ, ਚਾਹੇ ਉਹ ਗਾਂ ਦਾ ਗੋਬਰ ਹੈ, ਚਾਹੇ ਉਹ ਮਨੁੱਖ ਦਾ ਮਲ ਮੂਤਰ ਹੈ, ਕਿਸੇ ਵੀ ਤਰ੍ਹਾਂ, ਚਾਹੇ ਉਹ ਗਡੋਏ ਦਾ ਮਲ ਮੂਤਰ ਹੈ, ਇਹ ਤਿੰਨੋਂ ਤਰ੍ਹਾਂ ਦਾ ਜਿਹੜਾ ਜੀਵ ਜਗਤ ਹੈ, ਇਹਦਾ ਜਿਹੜਾ ਮਲ ਮੂਤਰ ਹੈ, ਇਹ ਦੋਨੋਂ ਤਰ੍ਹਾਂ ਦੀ ਵਨਸਪਤੀ ਦੀ ਖੁਰਾਕ ਹੈ। ਸੋ ਬੜਾ ਪਰਸਪਰ ਸੰਬੰਧ ਬਣਿਆ ਹੋਇਆ ਹੈ ਜੰਗਲ ਦੇ ਵਿੱਚ, ਇੱਕ ਦੂਸਰੇ 'ਤੇ ਆਤਮ ਨਿਰਭਰਤਾ ਹੈਗੀ ਹੈ। ਹੁਣ ਅਸੀਂ ਜਦੋਂ ਕੁਦਰਤੀ ਖੇਤੀ ਦੀ ਗੱਲ ਕਰਦੇ ਹੈਗੇ ਆ, ਤਾਂ ਅਸੀਂ ਆਪਣੇ ਖੇਤ ਦੇ ਵਿੱਚ ਉਹੀ ਪਰਸਪਰ ਸੰਬੰਧ ਵਨਸਪਤੀ ਦਾ ਅਤੇ ਜੀਵ ਜਗਤ ਦਾ, ਉਹਦਾ ਨਿਰਮਾਣ ਕਰਨਾ ਹੈਗਾ ਆਪਣੇ ਖੇਤ ਦੇ ਵਿੱਚ, ਉਹ ਡਿਵੈਲਪ ਕਰਨਾ ਹੈਗਾ। ਸੋ ਕੁਦਰਤੀ ਖੇਤੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਬਾਹਰ ਤੋਂ ਪੌਦੇ ਨੂੰ ਖੁਰਾਕ ਨਹੀਂ ਦੇਣੀ, ਪੌਦਾ ਆਪਣੀ ਖੁਰਾਕ ਆਪ ਬਣਾਊਗਾ। ਹੁਣ ਖੁਰਾਕ ਤਾਂ ਉਹਨੂੰ ਚਾਹੀਦੀ ਹੈ, ਤਾਂ ਉਹਦੇ ਵਾਸਤੇ ਕੀ ਹੈਗਾ ਕਿ ਅਸੀਂ ਇਹ ਜਿਹੜੇ ਤਿੰਨੋਂ ਤਰ੍ਹਾਂ ਦਾ ਜੀਵ ਜਗਤ ਹੈਗਾ, ਇਹਨਾਂ ਦਾ ਮਲ ਮੂਤਰ ਆਪਣੀ ਵਨਸਪਤੀ ਜੋ ਸਾਡੇ ਖੇਤ ਦੇ ਵਿੱਚ ਲੱਗੀ ਹੋਈ ਹੈ, ਉਸ ਵਨਸਪਤੀ ਤੱਕ ਪਹੁੰਚਦਾ ਕਰਨਾ ਹੈ। ਉਹ ਕਿਵੇਂ ਹੋਊਗਾ? ਕੁਦਰਤੀ ਖੇਤੀ ਦੇ ਵਿੱਚ ਅਸੀਂ ਅੱਗਾਂ ਨਹੀਂ ਲਾਉਂਦੇ, ਜ਼ਹਿਰਾਂ ਨਹੀਂ ਪਾਉਂਦੇ, ਤਾਂ ਜਿਹੜਾ ਧਰਤੀ ਦੇ ਨੀਚੇ ਰਹਿਣ ਵਾਲੇ ਜੀਵ ਜਗਤ ਹੈਗਾ, ਸੂਖਮ ਜੀਵ ਹੈਗੇ ਆ, ਉਹਨਾਂ ਦੀ ਮਾਤਰਾ ਸਾਡੇ ਖੇਤ ਦੇ ਵਿੱਚ ਬਹੁਤ ਜ਼ਿਆਦਾ ਵੱਧ ਜੂਗੀ ਕੈਮੀਕਲ ਖੇਤੀ ਦੇ ਮੁਕਾਬਲੇ 'ਚ। ਤਾਂ ਉਹਨਾਂ ਦਾ ਮਲ ਮੂਤਰ ਸਾਡੀ ਵਨਸਪਤੀ ਨੂੰ ਪਹੁੰਚਦਾ ਹੋ ਜਾਊਗਾ। ਸਾਡੇ ਖੇਤੀ ਦੇ ਵਿੱਚ ਪਸ਼ੂ ਧਨ ਸਾਡੀ ਖੇਤੀ ਦਾ ਹਿੱਸਾ ਹੁੰਦੇ ਆ। ਸਾਡੇ ਖੇਤ ਦੇ ਵਿੱਚ ਗਾਵਾਂ ਹੁੰਦੀਆਂ ਨੇ, ਪਸ਼ੂ ਧਨ ਹੁੰਦਾ, ਮੁਰਗੀਆਂ ਹੁੰਦੀਆਂ, ਬੱਕਰੀਆਂ, ਉਹਨਾਂ ਦਾ ਜਿਹੜਾ ਮਲ ਮੂਤਰ ਹੈ ਉਹ ਸਾਡੀ ਖੇਤ ਦੇ ਵਿੱਚ ਹੀ ਪਹੁੰਚਦਾ ਹੈਗਾ ਰੂੜੀ ਦੇ ਰੂਪ ਦੇ ਵਿੱਚ, ਉਹ ਸਾਨੂੰ ਪਹੁੰਚਦਾ ਹੋ ਗਿਆ ਸਾਡੀ ਵਨਸਪਤੀ ਨੂੰ। ਹੁਣ ਤੀਸਰਾ ਜਿਹੜਾ ਜਗਤ ਹੈਗਾ, ਪੰਛੀ ਜਗਤ, ਉਹਦਾ ਮਲ ਮੂਤਰ, ਉਹਨਾਂ ਦੀਆਂ ਬਿੱਠਾਂ ਸਾਡੀ ਵਨਸਪਤੀ ਤੱਕ ਪਹੁੰਚਣੀਆਂ ਚਾਹੀਦੀਆਂ, ਜ਼ਰੂਰੀ ਹੈ, ਕਿਉਂਕਿ ਤਿੰਨੋਂ ਤਰ੍ਹਾਂ ਦੇ ਜੀਵ ਜਗਤ ਦਾ ਮਲ ਮੂਤਰ ਸਾਡੀ ਵਨਸਪਤੀ ਤੱਕ ਪਹੁੰਚਦਾ ਹੋਣਾ ਚਾਹੀਦਾ ਹੈ। ਹੁਣ ਇਹ ਜਿਹੜਾ ਤੀਸਰਾ ਜੀਵ ਜਗਤ ਦੀ ਮੈਂ ਗੱਲ ਕੀਤੀ ਹੈ, ਇਹਦਾ ਮਲ ਮੂਤਰ ਸਾਡੇ ਖੇਤ ਦੇ ਵਿੱਚ ਤਾਂ ਹੀ ਪਹੁੰਚੂਗਾ ਜੇਕਰ ਸਾਡੇ ਖੇਤ ਦੇ ਵਿੱਚ ਪੈਰੀਨੀਅਲਸ ਹੈਗੇ ਆ, ਸਾਡੇ ਖੇਤ ਦੇ ਵਿੱਚ ਰੁੱਖ ਹੈਗੇ ਆ। ਰੁੱਖਾਂ ਦੇ ਉੱਤੇ ਪੰਛੀ ਆਉਣਗੇ, ਪੰਛੀ ਆਪਣੀਆਂ ਬਿੱਠਾਂ ਮਾਰਨਗੇ ਅਤੇ ਉਹ ਬਿੱਠਾਂ ਸਾਡੇ ਵਨਸਪਤੀ ਨੂੰ ਚਾਹੀਦੀਆਂ। ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਤੁਹਾਡੀ ਵਨਸਪਤੀ ਦਾ ਡਿਜ਼ਾਈਨ ਕੀ ਹੋਊਗਾ? ਜਿਹੜੀ ਤੁਸੀਂ ਆ ਵਨਸਪਤੀ ਹੈਗੀ ਆ ਤੁਹਾਡੇ ਖੇਤ ਦੇ ਵਿੱਚ, ਐਨੂਅਲਸ ਅਤੇ ਪੈਰੀਨੀਅਲਸ, ਫਸਲਾਂ ਅਤੇ ਰੁੱਖ, ਮੈਂ ਪਹਿਲ ਦੁਬਾਰਾ ਤੋਂ ਫਿਰ ਕਲੀਅਰ ਕਰ ਦਿੰਦਾ ਹੈਗਾ। ਐਨੂਅਲਸ ਅਸੀਂ ਮੋਟੇ ਤੌਰ 'ਤੇ ਗਿਣਦੇ ਹੈਗੇ ਆ ਜਿੰਨੀਆਂ ਫਸਲਾਂ ਨੇ ਅਤੇ ਜਿਹੜੇ ਨਦੀਨ ਹੈ। ਜਿਹੜਾ ਪੈਰੀਨੀਅਲਸ ਹੈਗੇ ਆ ਇਹ ਸਾਰੇ ਰੁੱਖ ਆ ਗਏ ਜਿਹੜੇ ਲੰਬਾ ਸਮਾਂ ਵਨਸਪਤੀ ਚੱਲਦੀ ਹੈ। ਸੋ ਫਸਲਾਂ ਅਤੇ ਰੁੱਖਾਂ ਦਾ ਡਿਜ਼ਾਈਨ ਸਾਡੇ ਖੇਤ ਦੇ ਵਿੱਚ ਕੀ ਹੋਣਾ ਚਾਹੀਦਾ ਹੈ? ਜੇਕਰ ਅਸੀਂ ਤਿੰਨੋਂ ਤਰ੍ਹਾਂ ਦੀ ਜੀਵ ਜਗਤ ਦਾ ਮਲ ਮੂਤਰ ਆਪਣੇ ਖੇਤ ਦੇ ਵਿੱਚ ਪਹੁੰਚਦਾ ਕਰਨਾ ਹੈ, ਆਪਣੀ ਵਨਸਪਤੀ ਤੱਕ ਪਹੁੰਚਦਾ ਕਰਨਾ ਹੈ, ਤਾਂ ਸਾਨੂੰ ਵਨਸਪਤੀ ਦਾ ਡਿਜ਼ਾਈਨ ਸੋਚਣਾ ਪੈਣਾ ਕਿ ਡਿਜ਼ਾਈਨ ਕੀ ਹੋਵੇ। ਸੋ ਕੁਦਰਤੀ ਖੇਤੀ ਦੇ ਵਿੱਚ ਜੇਕਰ ਤੁਸੀਂ ਪੰਛੀ ਲਿਆਉਣੇ ਤਾਂ ਤੁਹਾਨੂੰ ਰੁੱਖ ਲਾਉਣੇ ਪੈਣੇ। ਕੁਦਰਤੀ ਖੇਤੀ ਕਿਸਾਨ ਦੇ ਖੇਤ ਦੇ ਵਿੱਚ ਇਹ ਰੁੱਖ ਹੋਣੇ ਬਹੁਤ ਜ਼ਰੂਰੀ ਹੈ। ਇਹਨਾਂ ਦਾ ਜਿਹੜਾ ਰੇਸ਼ੋ ਹੈਗੀ ਹੈ, ਉਹ ਮੈਂ ਆਪਣੇ ਐਕਸਪੀਰੀਅੰਸ ਤੋਂ ਮਹਿਸੂਸ ਕਰਦਾ ਹੈਗਾ ਕਿ ਘੱਟੋ ਘੱਟ ਜਿਹੜਾ ਹੈ ਪੈਰੀਨੀਅਲਸ ਦੇ ਥੱਲੇ, ਰੁੱਖਾਂ ਦੇ ਥੱਲੇ ਤੁਹਾਡਾ ਰਕਬਾ ਖੇਤ ਦੇ ਵਿੱਚ ਉਹ 1/3 ਜ਼ਰੂਰ ਹੋਣਾ ਚਾਹੀਦਾ ਹੈ। 2/3 ਤੁਹਾਡਾ ਫਸਲਾਂ ਥੱਲੇ ਹੋਵੇ, 1/3 ਤੁਹਾਡਾ ਰਕਬਾ ਘੱਟੋ ਘੱਟ ਹੈ, ਇਹ ਹਾਫ ਅੱਧੋ ਅੱਧ ਵੀ ਹੋ ਸਕਦਾ, ਘੱਟ ਤੋਂ ਘੱਟ 1/3 ਤੁਹਾਡਾ ਰੁੱਖਾਂ ਥੱਲੇ ਜ਼ਰੂਰ ਹੋਣਾ ਚਾਹੀਦਾ ਹੈ।
ਤਾਂ ਤੁਹਾਡੀ ਵਨਸਪਤੀ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ 1/3 ਰੁੱਖਾਂ ਥੱਲੇ, 2/3 ਫਸਲਾਂ ਥੱਲੇ। ਫਿਰ ਇਹ ਤਿੰਨੋਂ ਤਰ੍ਹਾਂ ਦਾ ਜੀਵ ਜਗਤ ਦਾ ਮਲ ਮੂਤਰ ਤੁਹਾਡੇ ਖੇਤ ਦੇ ਵਿੱਚ ਆਟੋਮੈਟਿਕਲੀ ਪਹੁੰਚਦਾ ਹੋ ਜਾਊਗਾ, ਆਪਣੇ ਆਪ ਪਹੁੰਚਦਾ ਹੋ ਜਾਊਗਾ। ਤਾਂ ਫਿਰ ਇੱਥੇ ਜਿਹੜਾ ਹੈ ਇੱਕ ਦੂਸਰੇ ਨੂੰ ਇਹ ਕੁਦਰਤੀ ਇੱਕ ਤੁਹਾਡੇ ਨੈਚੁਰਲ ਰਿਸੋਰਸਿਸ ਐਨਰਿਚ ਹੋਣਗੇ, ਉਹ ਵਧਣ ਫੁੱਲਣਗੇ। ਜਿਵੇਂ ਤੁਹਾਡੇ ਖੇਤ ਦੇ ਵਿੱਚ ਜੀਵ ਜਗਤ ਦੀ ਮਾਤਰਾ ਵਧੂਗੀ, ਉਸੇ ਤਰ੍ਹਾਂ ਤੁਹਾਡੀ ਵਨਸਪਤੀ ਨੂੰ ਖੁਰਾਕ ਜ਼ਿਆਦਾ ਮਿਲੂਗੀ, ਤਾਂ ਤੁਹਾਡੀ ਵਨਸਪਤੀ ਜਿਹੜੀ ਹੈਗੀ ਹੈ ਇਹ ਜ਼ਿਆਦਾ ਐਨਰਿਚ ਹੋਊਗੀ, ਜ਼ਿਆਦਾ ਵਧੂ ਫੁੱਲੂਗੀ। ਜੇ ਤੁਹਾਡੀ ਵਨਸਪਤੀ ਜ਼ਿਆਦਾ ਵਧੂ ਫੁੱਲੂਗੀ ਤਾਂ ਤੁਹਾਡੇ ਜਿਹੜੇ ਇਹ ਜੀਵ ਜਗਤ ਹੈਗੇ ਆ ਇਹਨਾਂ ਨੂੰ ਖੁਰਾਕ ਜ਼ਿਆਦਾ ਮਿਲੂਗੀ। ਸਭ ਕਿੱਡਾ ਸੋਹਣਾ ਪਰਸਪਰ ਸੰਬੰਧ ਹੈਗਾ, ਤਾਂ ਅਸੀਂ ਉਸ ਸੰਬੰਧ ਨੂੰ ਸਮਝਣਾ ਹੈਗਾ। ਸੋ ਕੁਦਰਤੀ ਖੇਤੀ ਦੇ ਵਿੱਚ ਅਸੀਂ ਉਸ ਕੁਦਰਤ ਦੇ ਸਿਧਾਂਤਾਂ ਨੂੰ ਜਿਹੜੇ ਜੰਗਲ ਦੇ ਵਿੱਚ ਲਾਗੂ ਹੁੰਦੇ ਆ ਉਹਨਾਂ ਨੂੰ ਆਪਣੇ ਖੇਤ ਦੇ ਵਿੱਚ ਲਾਗੂ ਕਰਨਾ ਹੁੰਦਾ। ਇਹ ਮਾਹੌਲ ਨੂੰ ਸਿਰਜਣ ਵਾਸਤੇ ਤੁਹਾਨੂੰ ਕੁਝ ਸਮਾਂ ਲੱਗਦਾ ਹੈਗਾ, ਰੁੱਖ ਖੜੇ ਹੋਣ ਤੇ ਤੁਹਾਨੂੰ ਕੁਝ ਸਮਾਂ ਲੱਗਦਾ ਹੈਗਾ। ਤਾਂ ਉਸ ਸਮੇਂ ਦੇ ਦੌਰਾਨ ਤੁਹਾਨੂੰ ਥੋੜ੍ਹੇ ਜਿਹੇ ਨੁਕਸਾਨ ਉਠਾਉਣੇ ਪੈ ਸਕਦੇ ਹੈਗੇ ਆ, ਲੇਕਿਨ ਜਦੋਂ ਤੁਸੀਂ ਉਹ ਮਾਹੌਲ ਸਿਰਜ ਲਿਆ, ਉਹ ਤੁਹਾਡੇ ਖੇਤ ਦੇ ਵਿੱਚ ਉਹ ਮਾਹੌਲ ਖੜਾ ਹੋ ਗਿਆ, ਤਾਂ ਫਿਰ ਤੁਹਾਡੀ ਖੇਤੀ ਸਸਟੇਨੇਬਲ ਬਣ ਗਈ, ਟਿਕਾਊ ਬਣ ਗਈ। ਫਿਰ ਇਸ ਖੇਤੀ ਦੇ ਵਿੱਚ ਤੁਹਾਨੂੰ ਕੁਝ ਵੀ ਬਾਹਰ ਤੋਂ ਦੇਣ ਦੀ ਲੋੜ ਨਹੀਂ ਹੈ। ਇਹਨਾਂ ਦੀ ਮਾਤਰਾ ਵਧੂਗੀ, ਇਹ ਆਪਣੇ ਆਪ ਐਨਰਿਚ ਹੋਣਗੇ, ਇਹਨਾਂ ਦੀ ਐਨਰਿਚ ਹੋਣਗੇ ਤਾਂ ਇਹਨਾਂ ਦੀ ਜਿਹੜੀ ਹੈਗੀ ਉਹ ਖੁਰਾਕ ਵੱਧ ਮਿਲੂਗੀ। ਸੋ ਕੁਦਰਤੀ ਖੇਤੀ ਦੇ ਵਿੱਚ ਅਸੀਂ ਉਸ ਮਾਹੌਲ ਦੀ ਸਿਰਜਣਾ ਕਰਨੀ ਹੈ। ਇਹੀ ਕੁਦਰਤੀ ਖੇਤੀ ਦਾ ਸਿਧਾਂਤ ਹੈ, ਇਹੀ ਕੁਦਰਤੀ ਖੇਤੀ ਦਾ ਵਿਗਿਆਨ ਹੈ। ਸੋ ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਮੁੱਦੇ ਤੇ ਕਿਸੇ ਨਵੀਂ ਚਰਚਾ ਦੇ ਨਾਲ।